ਤੁਸੀਂ देख रहे हो दी टीवी NRI ਤੇ ਮੈਂ ਹਾਂ ਤੁਹਾਡੇ ਨਾਲ ਹੀਨਾ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦੇਸ਼ ਭਰ ਦੇ ਵਿੱਚ FCI ਦਫ਼ਤਰਾਂ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਗਈ ਸੀ ਤੇ ਦੇਸ਼ ਭਰ 'ਚ ਅੱਜ ਕਿਸਾਨਾਂ ਨੇ FCI ਦਫ਼ਤਰਾਂ ਦਾ ਘਿਰਾਓ ਵੀ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ FCI ਬਚਾਓ ਦਿਵਸ ਦਾ ਨਾਂ ਦਿੱਤਾ ਹੈ। ਸੋ ਵੱਖ-ਵੱਖ ਥਾਵਾਂ ਤੋਂ ਸਾਨੂੰ ਸਾਡੇ ਪੱਤਰਕਾਰਾਂ ਵੱਲੋਂ ਕਿਸਾਨਾਂ ਵੱਲੋਂ ਘਿਰਾਓ ਦੀਆਂ ਕੁਝ ਤਸਵੀਰਾਂ ਭੇਜੀਆਂ ਗਈਆਂ ਨੇ। ਆਓ ਤੁਹਾਨੂੰ ਵੀ ਅਸੀਂ ਦਿਖਾਉਂਦੇ ਹਾਂ ਇਹ ਤਸਵੀਰਾਂ। सो सब तो पहला गल करते हैं संगरूर दी, जिथे किसानां दे वल्लों FCI दफ्तर दा घिराव किया गया ते किसानां दे वल्लों जबरदस्त नारेबाजी भी की गई। आओ तुहानूं भी दिखाउंदे हां संगरूर तो यह तस्वीरां। ਅਸੀਂ ਲਹਿਰਾ ਗਾਗਾ ਜਾਨੀ ਚੰਗਾਲੀ ਵਾਲਾ ਰੋਡ ਹੈ ਜਿਹੜੀ ਉਹਦੇ ਉੱਤੇ FCI ਦਾ ਦਫ਼ਤਰ ਹੈ ਜਿਹੜਾ ਉਹਦਾ ਘਿਰਾਓ ਕੀਤਾ ਹੋਇਆ ਹੈਗਾ। ਸਾਡਾ ਇੱਕ ਮੋਰਚਾ ਪੰਪ ਤੇ ਵੀ ਚੱਲ ਰਿਹਾ, ਉਦੋਂ ਵੱਡੀ ਗਿਣਤੀ ਸਾਡੇ ਕੋਲ ਰਹੀ ਹੈ ਕਿਉਂਕਿ FCI ਦਾ ਸਰਕਾਰ ਭੋਗ ਪਾਉਣਾ ਚਾਹੁੰਦੀ ਹੈ। ਕਿਸਾਨਾਂ ਦੀ ਨਾਲ ਵੀ ਜੁੜੀ ਹੋਈ ਗੱਲ ਹੈਗੀ ਇਹ ਤੇ ਸਮੂਹ ਲੋਕਾਂ ਨਾਲ ਜੁੜੀ ਹੋਈ ਗੱਲ ਹੈ ਕਿਉਂਕਿ ਜੇ ਸੱਤੇ ਤੋਂ ਖਰੀਦ ਕਰੂਗੀ ਤਾਂ ਅੱਗੇ ਅਨਾਜ ਦੀ ਵੰਡ ਕਰੂਗੀ ਸਰਕਾਰ। ਇਸ ਕਰਕੇ ਜਿਹੜੀ ਜਨਤਕ ਵੰਡ ਪ੍ਰਣਾਲੀ ਹੈ ਉਹਦਾ ਵੀ ਭੋਗ ਪਾਉਣਾ ਚਾਹੁੰਦੀ ਹੈ। ਸਾਨੂੰ ਅੱਗੇ ਫਸਲ ਸਾਡੀ ਤਿਆਰ ਹੈ ਤੇ ਸਰਕਾਰ ਵੱਲੋਂ ਆਨਾਕਾਨੀ ਹੈ ਜਾਣੀ ਐ ਵੀ ਜਨਤਕ ਅਦਾਰੇ ਦਾ ਭੋਗ ਪਾਉਣ ਤੇ ਲੱਗੀ ਹੋਈ ਹੈ। ਸੰਯੁਕਤ ਮੋਰਚੇ ਦੀ ਕਾਲ ਤੇ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਬੈਠੇ ਹਾਂ ਤੇ ਮੰਗ ਪੱਤਰ ਦੇਵਾਂਗੇ ਤੇ ਹੁਣ ਆਉਂਦਾ ਕੋਈ ਅਧਿਕਾਰੀ ਉਹਨਾਂ ਨੂੰ ਮੰਗ ਪੱਤਰ ਵੀ ਦੇਵਾਂਗੇ। ਅੱਜ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀ ਕਾਲ ਹੈ ਵੀ ਇਹ ਜੇ ਜਨਤਕ ਅਦਾਰੇ ਬਚਦੇ ਨੇ ਤਾਂ ਉਹ ਕਾਲੇ ਕਾਨੂੰਨਾਂ ਦਾ ਵੀ ਮੂੰਹ ਮੁੜਦਾ ਹੈ, ਨਹੀਂ ਉਹ ਕਾਲੇ ਕਾਨੂੰਨ ਟੇਢੇ ਤਰੀਕੇ ਨਾਲ ਲਾਗੂ ਕਰਨ ਲੱਗੇ ਨੇ। ਬੇਸ਼ਰਮ ਮੋਦੀ ਸਰਕਾਰ ਹੈ ਵੀ ਕਿਸਾਨਾਂ ਦੀ ਉੱਥੇ ਕਿੰਨੀਆਂ ਮੌਤਾਂ ਹੋ ਗਈਆਂ ਉਹਦਾ ਜਾਨੀ ਮੂੰਹ ਨਹੀਂ ਖੁੱਲ੍ਹਦਾ ਹੈਗਾ। ਐਦੂ ਭੈੜਾ ਜਾਨੀ ਮੁੱਖ ਪ੍ਰਧਾਨ ਮੰਤਰੀ ਮੈਂ ਨਹੀਂ ਦੇਖਿਆ। ਇਹ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੈ। ਇਹ ਸੰਯੁਕਤ ਮੋਰਚੇ ਵੱਲੋਂ ਫੈਸਲਾ ਹੋਇਆ ਹੈ ਕਿਉਂਕਿ ਸੈਂਟਰ ਸਰਕਾਰ ਨੂੰ ਕਣਕ ਦੀ ਖਰੀਦ ਦੀਆਂ ਸ਼ਰਤਾਂ ਮਜ਼ਬੂਤ ਕਰਦਿਆਂ ਹੋਰ ਤੇ ਜ਼ਿਆਦਾ ਤੇਜ਼ ਕਰਦਿਆਂ ਜਿਹਦੇ ਨਾਲ ਕਿਸਾਨ ਦੀ ਫਸਲ ਜਿਹੜੀ ਖਰੀਦ ਨਹੀਂ ਹੋਣੀ। ਉਹਨਾਂ ਨੇ ਨਵੀਂ ਦੀ ਜਿਹੜੀ ਮਾਤਰਾ 2% ਹੋਰ ਘਟਾਤੀ ਯਾਨੀ ਕਿ 12% ਕਰਤੀ 14 ਤੋਂ। ਬਾਕੀ ਉਹ ਰੌਲਾ ਪਾ ਰਹੇ ਵੀ ਜਿਹੜੀ ਕਿਸਾਨ ਦੀ ਫਰਦ ਹੋਊਗੀ ਉਸ ਦੀ ਫਸਲ ਖਰੀਦੀ ਜਾਊਗੀ। ਫਰਦ ਦੇ ਬਾਰੇ 'ਚ ਇਹ ਗੱਲ ਹੈ ਵੀ ਸਾਡੇ ਕੋਲ ਜ਼ਮੀਨ ਜਿਹੜੀ ਠੇਕੇ ਦੀ ਜ਼ਮੀਨ ਹੈ ਅਸੀਂ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਾਂ। ਵੱਡੀ ਪੱਧਰ 'ਤੇ ਜਿਹੜੀ ਜ਼ਮੀਨ ਹੈ ਉਹ ਕਈ ਥਾਂ ਸਿਆਮਲਾਟ ਜੰਗਲਾਟ ਮਹਿਕਮੇ ਦੀ ਉਸ ਕਿਸਾਨਾਂ ਦੇ ਕੋਲ ਖੇਤੀ ਕਰਦੇ ਨੇ। ਉਹ ਜਿਹੜੀ ਫਸਲ ਹੈ ਉਹਦੀ ਫਰਦ ਹੈ ਉਹ ਕਿੱਥੋਂ ਲੈ ਕੇ ਦੇਣਗੇ। ਇਹ ਵੱਡੀਆਂ ਜਿਹੜੀਆਂ ਗੱਲਾਂ ਸੈਂਟਰ ਸਰਕਾਰ ਸਾਡੇ ਕੋਲ ਖਰੀਦੀਆਂ ਲੈ ਕੇ ਰਹੀ ਹੈ। ਚੈੱਕ ਵਾਲੀ ਗੱਲ ਹੈ ਵੀ ਚੈੱਕ ਹੈ ਜਿਹੜਾ ਕਿਸਾਨ ਦੇ ਨੂੰ ਸਿੱਧਾ ਮਿਲਣਾ ਹੈ ਉਹ ਵੀ ਕਾਫੀ ਉਲਝਾਂ ਵਾਲੀ ਗੱਲਾਂ ਨੇ, ਹਾਲੇ ਕੋਈ ਤਿਆਰੀ ਹੈ ਨਹੀਂ। ਇਸ ਕਰਕੇ ਅਸੀਂ ਇਹ ਸਾਰੀ ਮੰਗਾਂ ਨੂੰ ਲੈ ਕੇ ਅਸੀਂ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ FCI ਦੇ ਦਫ਼ਤਰਾਂ ਦਾ ਘਿਰਾਓ ਕੀਤਾ ਹੋਇਆ ਹੈ। ਅੱਗੇ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਹਾਂ ਵੀ ਜੇ ਗੱਲ ਸਾਡੀ ਅੱਜ ਗੱਲ ਨਾ ਮੰਨੀ ਤਾਂ ਅੱਗੇ ਤੋਂ ਇਹ ਜਿਹੜਾ ਸੰਘਰਸ਼ ਹੋਰ ਤੇਜ਼ ਹੋਣਾ ਹੈ। ਸੋ ਅਜਿਹਾ ਹੀ ਕੁਝ ਮਾਹੌਲ ਦੇਖਣ ਨੂੰ ਮਿਲਿਆ ਹੁਸ਼ਿਆਰਪੁਰ ਤੋਂ, ਜਿੱਥੇ ਕਿਸਾਨਾਂ ਦੇ ਵੱਲੋਂ ਸਵੇਰੇ ਹੀ ਇਕੱਠੇ ਹੋ FCI ਦਫ਼ਤਰਾਂ ਦਾ ਘਿਰਾਓ ਕਰ ਦਿੱਤਾ ਗਿਆ। ਇਹ FCI ਨੂੰ ਤੋੜਨਾ ਚਾਹੁੰਦੀ, FCI ਨੂੰ ਖਤਮ ਕਰਨਾ ਚਾਹੁੰਦੀ ਆ। ਇਹਨੂੰ ਖਤਮ ਕਰਨ ਦਾ ਇਹਨਾਂ ਦਾ ਇਰਾਦਾ ਆ। ਅਸੀਂ ਅਸਲ ਦੇ ਵਿੱਚ ਇਹ ਹੋਣ ਨਹੀਂ ਦੇਣਾ। ਇਹ ਖੁੱਲ੍ਹੇ ਬਾਜ਼ਾਰ ਦੇ ਹਵਾਲੇ ਕਰਨਾ ਚਾਹੁੰਦੇ ਆ ਮੰਡੀ ਨੂੰ। ਇਹ ਆਨਲਾਈਨ ਸਾਰੀ ਪੇਮੈਂਟ ਵਾਲਾ ਜਿਹੜਾ ਇਹਨਾਂ ਦਾ ਕਰਨ ਵਾਲਾ ਉਹ ਇਰਾਦਾ। ਜਿੱਥੇ ਜਿੱਥੇ ਇਹਨਾਂ ਨੇ ਇਹ ਕੁਛ ਕੀਤਾ ਉੱਥੇ ਮਤਲਬ ਜਿਹੜੀ ਕਿਸਾਨਾਂ ਦੀ ਫਸਲ ਆ ਉਹ MSP ਤੋਂ ਬਹੁਤ ਘੱਟ ਰੇਟ 'ਤੇ ਵਿਕੀ ਆ। ਜਿਹੜੀ ਬਿਹਾਰ ਹੈ ਇਹ ਸਭ ਤੋਂ ਵੱਡੀ ਉਦਾਹਰਨ ਆ। ਅਸੀਂ FCI ਨੂੰ ਮਜ਼ਬੂਤ ਕਰਨ ਦੇ ਕਹਿ ਰਹੇ ਹਾਂ ਤੇ ਇੱਥੇ ਜਿਹੜੇ ਮੁਲਾਜ਼ਮਾਂ ਦੀ ਹੋਰ ਭਰਤੀ ਕਰਨ ਲਈ ਕਹਿ ਰਹੇ ਹਾਂ ਤੇ ਇਸ ਕਰਕੇ ਅਸੀਂ ਇਹ ਜਿਹੜੀ FCI ਇਹਨੂੰ ਤੋੜਨ ਨਹੀਂ ਦਿਆਂਗੇ। ਇਹ ਚਾਹੁੰਦੇ ਆ ਵੀ ਇਹ ਜਿਹੜੀ ਸਰਕਾਰ ਆ ਵੀ ਖਰੀਦ ਤੋਂ ਹੱਥ ਅਸੀਂ ਪਿੱਛੇ ਖਿੱਚ ਲਈਏ, ਪਿੱਛੇ ਕਰਕੇ ਖਿੱਚ ਲਈਏ। ਇਹਨੂੰ ਜਿਹੜੀ ਹੈਗੀ ਆ ਅਡਾਨੀਆਂ ਅਮਾਨੀਆਂ ਦੇ ਹਵਾਲੇ ਜਿਹੜਾ ਇਹ ਸਾਰਾ ਕਰ ਦਈਏ। ਇਹ ਉਸੇ ਹੀ ਸਾਰੇ ਪ੍ਰੋਗਰਾਮ ਦਾ ਹਿੱਸਾ ਚੱਲ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਅੰਮ੍ਰਿਤਸਰ, ਜਿੱਥੇ ਕਿਸਾਨਾਂ ਦੇ ਵੱਲੋਂ FCI ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਤੇ ਨਾਲ ਹੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਦੇ ਲਈ ਭਾਰੀ ਪੁਲਿਸ ਫੋਰਸ ਵੀ ਤੈਨਾਤ ਸੀ। ਵੇਖੋ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੱਦਾ ਦਿੱਤਾ ਗਿਆ ਵਾ ਪੂਰੇ ਭਾਰਤ ਦੇ ਵਿੱਚ FCI ਦਫ਼ਤਰਾਂ ਨੂੰ ਘੇਰਨ ਦਾ, ਉਹਦੇ ਵਿੱਚ ਕੀ ਆ ਵੀ ਜਿਹੜੀ ਸਰਕਾਰ ਆ ਸਾਡੀ ਆਨਾਕਾਨੀ ਕਰਕੇ ਸਾਡੇ ਜਿਹੜੀਆਂ ਫਸਲਾਂ ਨੂੰ ਖਰੀਦਣ ਤੋਂ ਭੱਜ ਰਹੀ ਆ। ਇਸ ਕਰਕੇ ਸਾਰੇ FCI ਦੇ ਜਿੰਨੇ ਵੀ ਦਫ਼ਤਰ ਆ ਉਹਨਾਂ ਸਾਰਿਆਂ ਨੂੰ ਘੇਰਿਆ ਜਾ ਰਿਹਾ। ਇੱਥੇ ਹੀ FCI ਦਫ਼ਤਰ ਵੀ ਘੇਰਿਆ ਅੰਮ੍ਰਿਤਸਰ ਦੇ ਵਿੱਚ ਤੇ DFSO ਵੀ ਦਫ਼ਤਰ ਵੀ ਘੇਰਿਆ, ਇੱਥੇ ਫੂਡ ਸਪਲਾਈ ਦਾ ਦਫ਼ਤਰ ਵੀ। ਇਸ ਕਰਕੇ ਇਹ ਲੜਾਈ ਇਸ ਦੀ ਆ ਵੀ ਸਾਡੀ ਜਿਹੜੀ ਕਣਕ ਜਿਹੜੀ ਸਾਡੀ ਆ ਉਹ ਬੇਲੋੜੀਆਂ ਸ਼ਰਤਾਂ ਸਾਡੇ ਤੇ ਰੱਖਤੀਆਂ ਵਾ। ਇੱਕ ਤੇ ਆ ਵੀ ਜਿਹੜੀ ਸਿੱਧੀ ਅਦਾਇਗੀ ਸਾਡੀ ਕਿਸਾਨਾਂ ਦੇ ਖਾਤੇ 'ਚ ਆ ਰਹੀ ਉਹ ਗੁੰਝਲਦਾਰ ਕਰ ਲਿਆ। ਉਹ ਹਜੇ ਹਾਲ ਦੀ ਘੜੀ ਕੀ ਆ ਵੀ ਜਿਹੜੇ ਫਾਰਮਰ ਆ ਜਿਨ੍ਹਾਂ ਠੇਕੇ ਦੇ ਜ਼ਮੀਨਾਂ ਲਈਆਂ ਵਾ
ਉਹ ਠੇਕੇ ਦੇ ਜ਼ਮੀਨਾਂ ਲੈਣ ਵਾਲਿਆਂ ਨੇ ਪਿੱਛੇ ਠੇਕੇਦਾਰੀ ਪਟਾ ਲਿਖਾਇਆ ਨਹੀਂ ਆ। ਉਹ ਕਿਸਾਨਾਂ ਦੇ ਜਿਹੜੇ ਜ਼ਮੀਨਾਂ ਦੇ ਮਾਲਕ ਆ ਉਹਨਾਂ ਦੇ ਖਾਤੇ 'ਚ ਜਿਹੜਾ ਉਹ ਚੱਲ ਜੂਗਾ ਪੈਸਾ, ਤੇ ਕਾਸ਼ਤਕਾਰ ਜਿਹੜੇ ਆ ਉਹਨਾਂ ਨੂੰ ਮਿਲੂਗਾ ਨਹੀਂ। ਸੋ ਗੁੰਝਲਦਾਰ ਹੈ, ਹਜੇ ਨੂੰ ਪਾਰਦਰਸ਼ੀ ਕੰਮ ਜਿੰਨਾ ਚਿਰ ਤੱਕ ਹੁੰਦਾ ਨਹੀਂ ਉਹਨਾਂ ਚਿਰ ਤੱਕ ਇਹ ਅਦਾਇਗੀ ਜਿਹੜਾ ਪੁਰਾਣਾ ਸਿਸਟਮ ਚੱਲਦਾ ਵਾ ਆੜ੍ਹਤੀਆਂ ਥਰੂ, ਹਜੇ ਉਹਦੇ ਥਰੂ ਹੀ ਚੱਲਣਾ ਚਾਹੀਦਾ ਵਾ। ਦੂਜੀ ਗੱਲ ਹੈ ਜਿਹੜੀ ਸਾਡੀ ਇਹਨਾਂ ਨੇ ਸ਼ਰਤਾਂ ਰੱਖਤੀਆਂ ਵੀ ਜਿਹੜੀ ਕਣਕ ਆ ਉਹਦੇ ਵਿੱਚ 100% ਜਿਹੜਾ ਉਹਨੂੰ ਆਟੇ ਵਿੱਚ ਘੱਟਾ ਨਹੀਂ ਹੋਣਾ ਚਾਹੀਦਾ, 100% ਉਹਦੀ ਪਿਓਰਟੀ ਚਾਹੀਦੀ ਆ। ਅਸੀਂ ਕਹਿੰਦੇ ਆ ਵੀ ਮੰਨ ਲਓ ਉਹ ਹੋ ਹੀ ਨਹੀਂ ਸਕਦਾ। ਜਦੋਂ ਅਸੀਂ ਕਣਕ ਥ੍ਰੈਸ਼ਰ ਰਾਹੀਂ ਕੱਢਦੇ ਆ ਘੱਟਾ ਆ ਹੀ ਜਾਂਦਾ ਵਾ 100%, 0% ਆਂਦੇ ਵੀ ਘੱਟਾ ਉਹਦੇ ਵਿੱਚ ਚਾਹੀਦਾ ਵਾ, ਵੀ ਉਹਦੇ ਵਿੱਚ ਕੋਈ ਵੀ ਉਹਦੇ ਵਿੱਚ ਘੱਟਾ ਆਉਣਾ ਹੀ ਨਹੀਂ ਚਾਹੀਦਾ, 1% ਵੀ ਨਹੀਂ ਚਾਹੀਦਾ, ਉਹ ਹੋ ਹੀ ਨਹੀਂ ਸਕਦਾ। ਦੂਜੀ ਗੱਲ ਇਹ ਆ ਵੀ ਜਿਹੜਾ ਸਾਡਾ MSP ਤੋਂ ਘੱਟ ਖਰੀਦ ਤੇ ਕਣਕ ਖਰੀਦਣੀ ਨਹੀਂ ਚਾਹੀਦੀ। ਅੱਜ ਵੀ ਮੰਡੀਆਂ ਦੇ ਵਿੱਚ 1500 ਨੂੰ ਜਿਹੜੇ ਆੜ੍ਹਤੀ ਆ ਜਾਂ ਹੋਰ ਵਪਾਰੀ ਆ ਉਹ 1500 ਨੂੰ ਖਰੀਦਣ ਦੇ ਸਰਕਾਰ ਅਜੇ ਤੱਕ ਆਈ ਨਹੀਂ। ਕਣਕਾਂ ਮੰਨ ਲਓ ਪੱਕ ਗਈਆਂ ਵਾ। ਸੋ ਤੀਜੀ ਇਹਨਾਂ ਨੇ ਸ਼ਰਤ ਜਿਹੜੀ ਸਾਡੇ ਤੇ ਰੱਖੀ ਆ ਵੀ ਜਿਹੜਾ 14% ਨਮੀ ਜਿਹੜੀ ਆ ਉਹਨੂੰ 12% ਤੇ ਲਿਆਂਦਾ ਵਾ। ਇੱਦਾਂ ਜਿਹੜਾ ਟੋਟਾ ਵੀ ਜਿੱਦੀ ਅੱਗੇ ਰੇਸ਼ੋ ਚੱਲਦੀ ਹੋਰ ਤੋਂ ਟੋਟਾ ਅੱਧ ਤੇ ਲਿਆਂਦਾ ਵਾ, ਵੀ ਟੋਟਾ ਵੀ ਅੱਧ ਚਾਹੀਦਾ ਵਾ। ਕਿਤੇ ਨਾ ਕਿਤੇ ਜਿਹੜੀ ਪ੍ਰਾਈਵੇਟੇਸ਼ਨ ਆ ਇਹ ਅੰਬਾਨੀ ਅਡਾਨੀ ਨੇ ਕਣਕ ਖਰੀਦਣੀ ਕਿ ਉਹ ਸਰਕਾਰ ਖਰੀਦਦੀ, ਅੱਜ ਤੱਕ ਕੋਈ ਸ਼ਰਤਾਂ ਨਹੀਂ ਰੱਖੀਆਂ ਗਈਆਂ। ਸਰਕਾਰ ਨੇ ਅੱਜ ਤੱਕ ਜਦੋਂ 70 ਸਾਲ ਹੋ ਗਏ ਆ ਪਿਓ ਦਾਦੇ ਤੋਂ ਹੀ ਫਸਲਾਂ ਵੇਚਦੇ ਆ ਰਿਹਾ, ਕੋਈ ਸਾਨੂੰ ਸ਼ਰਤ ਨਹੀਂ ਰੱਖੀ ਗਈ। ਹੁਣ ਵੇਖੋ ਅੱਜ ਅੰਬਾਨੀ ਅਡਾਨੀ ਆ ਗਿਆ, ਕਲੀਅਰ ਆ ਵੀ ਅੰਬਾਨੀ ਅਡਾਨੀ ਆਇਆ ਤਾਂ ਇੰਨਾ ਸਖਤਾਈ ਹੋਈ ਸਾਡੇ ਤੇ ਵੇਖੋ ਅਸੀਂ ਜਿੱਦਾਂ ਫਸਲਾਂ ਚੱਲਦੀਆਂ ਗਏ ਇੱਕਦਮ ਅਸੀਂ ਉਹਦੀ ਸੋਧ ਨਹੀਂ ਕਰ ਸਕਦੇ। ਥ੍ਰੈਸ਼ਰ ਇੱਕਦਮ ਕਿੱਦਾਂ ਬਦਲਾਂਗੇ, ਇੱਕਦਮ ਕਣਕ ਦੀ ਕਟਾਈ ਦੇ ਨੋਰਮਸ ਕਿੱਦਾਂ ਬਦਲਾਂਗੇ। ਇਹ ਇਸ ਕਰਕੇ ਆ ਵੀ ਇਹਨੂੰ ਹਜੇ ਪੜ੍ਹਿਆ ਜਾਵੇ, ਵਿਚਾਰਿਆ ਜਾਵੇ। ਇਹ ਹੌਲੀ ਹੌਲੀ ਇਹਦੇ ਸਟੈਪ ਜਿਹੜੇ ਆ ਇਹਨੂੰ ਜੇ ਸੋਧ ਕਰਨੀ ਹੈ ਤੇ ਹੌਲੀ ਹੌਲੀ ਕੀਤੀ ਜਾਵੇ। ਰੂਪਨਗਰ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਕੁਝ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ। ਦਿਖਾਉਂਦੇ ਆ ਤੁਹਾਨੂੰ ਵੀ ਇਹ ਤਸਵੀਰਾਂ ਤੇ ਜਾਣਦੇ ਆ ਕਿ ਆਖਿਰ ਕਿਸਾਨਾਂ ਨੇ ਇਸ ਮੌਕੇ ਕੀ ਕਿਹਾ। सर मेरा नाम परविंदर सिंह हलीपुर है। मैं भारतीय किसान यूनियन कादियां का जनरल ਸਕੱਤਰ ਬਲਾਕ ਰੋਪੜ। ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਧਰਨੇ ਬਾਰੇ? ਸਰ ਅੱਜ ਦੀ ਇਹ ਸਾਡੀ ਜਿਹੜੀ ਧਰਨਾ ਅਸੀਂ FCI ਦੇ ਹੈੱਡ ਆਫਿਸਾਂ ਦੇ ਬਾਹਰ ਲਗਾਇਆ, ਅਸੀਂ ਗੁਹਾਰ ਲਗਾ ਰਹੇ ਹਾਂ ਇਹਨਾਂ ਲੋਕਾਂ ਦੇ ਸਾਹਮਣੇ, ਜਾਂ ਅਸੀਂ ਪੰਜਾਬ ਦੇ ਪੂਰੇ ਆਵਾਮ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇਹ ਨਹੀਂ ਸਾਨੂੰ ਮਜਬੂਰ ਕੀਤਾ ਸੀ 2 ਰੁਪਏ ਕਿਲੋ ਨੂੰ ਆਪਣੇ ਆਲੂ ਸਿੱਟੇ ਆ ਜਾਂ ਸੜਕਾਂ ਤੇ, ਜਾਂ ਅਸੀਂ ਪਿਆਜ਼ ਸੜਕਾਂ ਤੇ ਸਿੱਟੇ ਆ। ਅੱਜ ਇਹਨਾਂ ਦੀਆਂ ਇਹ ਮਾੜੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਇਹ ਸਾਨੂੰ ਅੱਜ ਕਣਕ ਗੇਰਨ ਲਈ ਵੀ ਮਜਬੂਰ ਕਰਨਗੇ। ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਣਾ ਚਾਹੁੰਦੇ ਹਾਂ ਪੂਰੇ ਪੰਜਾਬ ਦੇ ਆਵਾਮ ਨੂੰ ਕਿ ਅੱਜ ਇੱਕ ਹੋ ਜਾਓ। ਇਹ ਲੜਾਈ ਕਿਸੇ ਇੱਕ ਘਰਾਣੇ ਦੀ ਨਹੀਂ ਹੈ, ਇਹ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਹੈ। ਸਾਨੂੰ ਇੱਕ ਹੋ ਕੇ ਚੱਲਣਾ ਪਊਗਾ, ਨਹੀਂ ਇਹ 2 ਰੁਪਏ ਕਿਲੋ ਸਾਨੂੰ ਕਣਕ ਗੇਰਨ ਲਈ ਇਹ ਲੋਕ ਮਜਬੂਰ ਕਰਨਗੇ ਜਿਹੜੀਆਂ ਇਹਨਾਂ ਦੀਆਂ ਮਾਰੂ ਨੀਤੀਆਂ ਲੈ ਕੇ ਆ ਰਹੇ ਨੇ। ਕਪੂਰਥਲਾ 'ਚ ਵੀ ਸਵੇਰੇ ਕਿਸਾਨਾਂ ਦੇ ਵੱਲੋਂ FCI ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਇੱਥੇ ਕੀ ਹਾਲਾਤ ਰਹੇ ਆਓ ਦਿਖਾਉਂਦੇ ਹਾਂ ਤੁਹਾਨੂੰ ਵੀ। ਅੱਜ ਕਪੂਰਥਲਾ ਦੇ FCI ਦਫ਼ਤਰ ਦੇ ਬਾਹਰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਇਲਾਵਾ ਹੋਰ ਵੀ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਅਹੁਦੇਦਾਰ ਨੇ ਤੇ ਵੱਖ-ਵੱਖ ਕਿਸਾਨ ਨੇ ਇੱਥੇ ਪਹੁੰਚੇ ਹੋਏ ਨੇ। FCI ਦਫ਼ਤਰ ਦੇ ਬਾਹਰ ਅੱਜ ਕਪੂਰਥਲਾ ਦੇ ਰੇਲਵੇ ਸਟੇਸ਼ਨ ਦੇ ਕੋਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜਿੱਥੇ ਪਹਿਲਾਂ 3 ਖੇਤੀ ਕਾਨੂੰਨ ਲਿਆਂਦੇ ਨੇ ਤੇ ਉਸ ਤੋਂ ਬਾਅਦ ਹੁਣ ਜਿਹੜੀ FCI ਰਾਹੀਂ ਖਰੀਦ ਕੀਤੀ ਜਾਂਦੀ ਹੈ ਕਣਕ ਦੀ ਖਰੀਦ, ਉਸ ਨੂੰ ਲੈ ਕੇ ਜਿਹੜੇ ਨਵੇਂ ਫਰਮਾਨ ਜਾਰੀ ਕੀਤੇ ਨੇ ਉਸ ਤੋਂ ਬਾਅਦ ਕਿਸਾਨਾਂ ਨੂੰ ਬਹੁਤ ਜੀ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਦਾ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਨਵੇਂ ਫਰਮਾਨ ਨੇ ਕੇਂਦਰ ਸਰਕਾਰ ਦੇ FCI ਦੇ ਉੱਪਰ ਜਿਹੜੇ ਲਾਗੂ ਕੀਤੇ ਗਏ ਨੇ ਇਹ ਕਣਕ ਦੀ ਖਰੀਦ ਨੂੰ ਲੈ ਕੇ, ਕਿਉਂਕਿ ਕਣਕ ਦੀ ਖਰੀਦ ਆਉਂਦੇ ਦਿਨਾਂ ਦੇ ਵਿੱਚ ਹੋਣ ਵਾਲੀ ਤੇ ਪੰਜਾਬ ਦੇ ਵਿੱਚ 10 ਅਪ੍ਰੈਲ ਤੋਂ ਜਿਹੜੀ ਕਣਕ ਦੀ ਖਰੀਦ ਆ ਉਹ ਸ਼ੁਰੂ ਹੋਣ ਜਾਣ ਵਾਲੀ ਹੈ ਤੇ ਉਸ ਦੇ ਵਿੱਚ ਕਿਸਾਨਾਂ ਨੂੰ ਬਹੁਤ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ। ਜਿਹੜੇ ਫਰਮਾਨ ਕੇਂਦਰ ਵਜ਼ਾਰਤ ਨੇ, ਕੇਂਦਰੀ ਸਰਕਾਰ ਨੇ ਲਾਗੂ ਕੀਤੇ ਨੇ ਤੇ ਕਿਸਾਨਾਂ ਦਾ ਕਹਿਣਾ ਕਿ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਤੇ ਕਪੂਰਥਲੇ ਦੇ ਵਿੱਚ ਜਿਹੜਾ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ FCI ਦਫ਼ਤਰ ਦੇ ਬਾਹਰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ। ਆਓ ਪੂਰਾ ਤੁਹਾਨੂੰ ਧਰਨਾ ਪ੍ਰਦਰਸ਼ਨ ਦਿਖਾਉਣੇ ਆ, ਗੱਲਬਾਤ ਵੀ ਕਰਾਂਗੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ। ਵੀਰ ਸਿੰਘ ਨਾਨਕਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੀਨੀਅਰ ਮੀਤ ਪ੍ਰਧਾਨ। ਅਸੀਂ ਅੱਜ ਦਾ ਜਿਹੜਾ ਸਾਡਾ ਰੋਸ ਧਰਨਾ ਉਹ ਇਸ ਸੰਬੰਧ ਦੇ ਵਿੱਚ ਹੈਗਾ ਵੀ ਜਿਹੜੀ BJP ਦੀ ਸਰਕਾਰ, ਕੇਂਦਰ ਦੀ ਸਰਕਾਰ ਜਿਹੜੀ ਹੈਗੀ ਆ, ਹਰ ਰੋਜ਼ ਕੋਈ ਨਾ ਕੋਈ ਮੰਡੀਆਂ ਨੂੰ ਤੋੜਨ ਵਾਸਤੇ ਜਾਂ ਮਤਲਬ ਕਿਸਾਨਾਂ ਨੂੰ ਮਤਲਬ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਜਿਹੜਾ ਉਹਨਾਂ ਕਾਨੂੰਨਾਂ 'ਚ ਲਿਆਉਣ ਵਾਸਤੇ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਕਰਦੀ ਆ। ਜਿਸ ਤਰ੍ਹਾਂ ਆ ਇਹਨਾਂ ਨੇ ਸਿੱਧੀ ਅਦਾਇਗੀ ਦਾ ਕੀਤਾ, ਇਹ ਵੀ ਇਹਦੇ 'ਚੋਂ ਆੜ੍ਹਤੀਏ ਨੂੰ ਕੱਢ ਕੇ ਕਿਸਾਨਾਂ ਨਾਲ ਸਿੱਧਾ ਮਲਵੇ ਕਰਕੇ ਮੁੜ ਕੇ ਜਦੋਂ ਆੜ੍ਹਤੀਏ ਨੂੰ ਕੋਈ ਕਮਿਸ਼ਨ ਨਹੀਂ ਆਏਗਾ, ਕੋਈ ਗੱਲ ਨਹੀਂ ਹੋਏਗੀ, ਉਹਦੀ ਆਮਦਨ ਨਹੀਂ ਹੋਏਗੀ ਤਾਂ ਉਹ ਆਪਣੇ ਆਪ ਹੀ ਮੰਡੀ ਛੱਡ ਕੇ ਚੱਲ ਜਾਏਗਾ। ਜਦੋਂ ਉਹ ਮੰਡੀ ਛੱਡ ਕੇ ਚੱਲ ਜਾਏਗਾ ਤਾਂ ਸਹੀ ਜਿਹੜਾ ਸਾਡਾ ਜੋ ਸਿਸਟਮ ਅੱਗੇ ਬਣਿਆ ਹੈਗਾ ਉਹ ਸਾਰਾ ਸਿਸਟਮ ਜਿਹੜਾ ਉਹ ਫੇਲ ਹੋ ਜਾਏਗਾ। ਸਾਡਾ ਜਿਹੜਾ
ATM ਦੇ ਵਿੱਚ ਵੀ ਸਾਡੇ ਪੈਸੇ ਹੋਣਗੇ ਤੇ ਫੇਰ ਨਿਕਲਣਗੇ। ਕਈ ਵਾਰ ਸਾਡੇ ਅਸੀਂ ਜਿਹੜੇ ਕਿਸਾਨ ਆ ਸਾਨੂੰ ਐਮਰਜੈਂਸੀ ਲੋੜ ਪੈ ਜਾਂਦੀ ਆ ਤੇ ਅਸੀਂ ਉਹਦੇ ਕੋਲ ਪੈਸੇ ਭਾਵੇਂ ਉਹਦੇ ਪਹਿਲਾਂ ਵੀ ਦੇਣੇ ਹੁੰਦੇ ਤਾਂ ਵੀ ਅਸੀਂ ਉਹਦੇ ਕੋਲ ਫੜ ਕੇ ਲੈ ਜਾਂਦੇ ਹਾਂ। ਉਹ ਸਾਡਾ ਸਾਰਾ ਜਿਹੜਾ ਸਿਸਟਮ ਆ ਸਾਡੇ ਜਿਹੜੇ ਜੀਵਨ ਦਾ ਜੋ ਕਿਸਾਨੀ ਦੇ ਨਾਲ ਜੁੜਿਆ ਜੋ ਉਹਦਾ ਜਿਸ ਤਰ੍ਹਾਂ ਦਾ ਵਰਤੀਰਾ ਹੈਗਾ ਉਹ ਸਾਰਾ ਖਤਮ ਕਰਤੇ ਜਿਹੜੀ ਹੈਗੀ ਆ ਭਾਜਪਾ ਸਰਕਾਰ ਕੇਂਦਰ ਦੀ ਸਰਕਾਰ ਉਹ ਤੁੱਲੀ ਹੋਈ ਆ। ਅਸੀਂ ਇਹ ਕੰਮ ਹਾਰਦਿਕ ਨਹੀਂ ਹੋਣ ਦੇਵਾਂਗੇ, ਭਾਵੇਂ ਸਾਨੂੰ ਰੋਸ ਧਰਨੇ ਮੁਜ਼ਾਹਰੇ ਜੋ ਕੁਛ ਮਰਜ਼ੀ ਕਰਨਾ ਪਵੇ, ਸਾਨੂੰ ਆਪਣੀਆਂ ਜਾਨਾਂ ਵੀ ਵਾਰਨੀਆਂ ਪੈਣ, ਲੇਕਿਨ ਅਸੀਂ ਇਹਨਾਂ ਦੇ ਮਨਸੂਬਿਆਂ 'ਚ ਪੂਰੇ ਨਹੀਂ ਹੋਣ ਦੇਵਾਂਗੇ। ਅੱਜ ਅਸੀਂ ਇੱਥੇ ਕਪੂਰਥਲਾ FCI ਦਫ਼ਤਰ ਸੰਯੁਕਤ ਮੋਰਚੇ ਦੇ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਪਹੁੰਚੇ ਹਾਂ। ਅੱਜ ਦਾ ਜਿਹੜਾ ਸਾਡਾ ਧਰਨਾ ਆ ਇਹ ਕੇਂਦਰ ਸਰਕਾਰ ਦੇ ਜਿਹੜੀ ਸਿੱਧੀ ਅਦਾਇਗੀ ਕਰਨ ਦੇ ਰੋਸ ਵਜੋਂ ਆ। ਜਿਹੜੀ ਸਾਡੀ ਸਿੱਧੀ ਅਦਾਇਗੀ ਦਾ ਅੱਜ ਤੱਕ ਜਿੰਨੇ ਵੀ ਇਹਨਾਂ ਨੇ ਕਾਨੂੰਨ ਦਿੱਤੇ ਹੋਏ ਆ ਸਾਰੇ ਭੰਬਲ ਭੂਸੇ ਵਾਲੇ ਆ। ਆ ਜਿਹੜਾ FCI ਦੇ ਨਾਲ ਜਿਹੜਾ ਅੱਜ ਰੋਸ ਧਰਨਾ ਉਹ ਇਸ ਵਜ੍ਹਾ ਜਿਹੜੀ ਸਾਨੂੰ ਸਿੱਧੀ ਅਦਾਇਗੀ ਦਾ ਇਹਨਾਂ ਨੇ ਕੀਤਾ ਆ, ਉਹ ਸਿੱਧੀ ਅਦਾਇਗੀ ਦਾ ਸਾਨੂੰ ਅਫਸਰ ਸਾਹਿਬਾਨ ਵੀ ਦੱਸ ਨਹੀਂ ਸਕੇ ਵੀ ਇਹਦੇ ਨਾਲ ਸਾਡਾ ਹੱਲ ਕਿੱਦਾਂ ਹੋਊਗਾ। ਜਿਹੜੀ ਸਿੱਧੀ ਅਦਾਇਗੀ ਜਮ੍ਹਾਂਬੰਦੀ ਦੀ ਗੱਲ ਕਰ ਰਹੇ ਆ, ਅੱਜ 95% ਸਾਡੇ ਕੋਲ ਠੇਕੇ ਤੇ ਪੈਲੀਆਂ ਜਿਹੜੇ NRI ਵੀਰ ਬਾਹਰ ਬੈਠੇ ਆ, ਉਹਨਾਂ ਦੀਆਂ ਜਿਹੜੇ ਜਮ੍ਹਾਂਬੰਦੀਆਂ ਅਸੀਂ ਦੇ ਕੇ ਉਹਨਾਂ ਦੇ ਖਾਤੇ 'ਚ ਪੈਸੇ ਜਾਣਗੇ ਤਾਂ ਸਾਨੂੰ ਉਹ ਪੇਮੈਂਟ ਕਿੱਦਾਂ ਮਿਲੂਗੀ। ਇਹ ਜਦੋਂ ਅਸੀਂ ਇਹਨਾਂ ਮੂਹਰੇ ਗੱਲ ਰੱਖੀ ਆ ਉਹਨਾਂ ਨੂੰ ਵੀ ਇਹ ਸਮਝ ਨਹੀਂ ਆਉਂਦੀ ਵੀ ਯਾਰ ਇਹ ਹੋਊਗਾ ਕਿੱਦਾਂ। ਸੋ ਉਸ ਰੋਸ ਵਜੋਂ ਅਸੀਂ ਇਹ ਧਰਨਾ ਜਿਹੜਾ ਅੱਜ FCI ਦਫ਼ਤਰ ਮੂਹਰੇ ਦਿੱਤਾ ਤੇ ਇਹ ਕੇਂਦਰ ਸਰਕਾਰ ਨੂੰ ਦੱਸਣ ਵਾਸਤੇ ਆ ਵੀ ਤੂੰ ਜਿੰਨੇ ਮਰਜ਼ੀ ਭੰਬਲ ਭੂਸੇ ਵਾਲੇ ਸਾਨੂੰ ਕਾਨੂੰਨ ਦੇਈ ਜਾ, ਅਸੀਂ ਤੇਰੇ ਇੱਕ ਕਾਨੂੰਨ ਨੂੰ ਹਰ ਕਾਨੂੰਨ ਨੂੰ ਰੱਦ ਕੀਤਾ, ਚਾਹੇ ਉਹ 3 ਕਾਲੇ ਕਾਨੂੰਨ ਆ। ਉਹਦੇ ਸੰਬੰਧ ਵਿੱਚ ਇਹ ਜਿਹੜਾ ਸਿੱਧੀ ਅਦਾਇਗੀ ਦਾ ਜਿਹੜਾ ਅੱਜ ਦਾ ਸਾਡਾ ਮੇਨ ਆ ਉਹ ਜਿਹੜਾ ਇਹਨਾਂ ਨੇ FCI ਨੂੰ ਸਿੱਧੀ ਅਦਾਇਗੀ ਦਾ ਕੀਤਾ ਹੋਇਆ ਆ ਉਹ ਬਿਲਕੁਲ ਭੰਬਲ ਭੂਸੇ ਵਾਲਾ ਆ। ਉਹਦੇ ਵਿੱਚ ਸਾਨੂੰ ਬਿਲਕੁਲ ਹੀ ਅਸੀਂ ਨਹੀਂ ਜਿੱਥੇ ਉਹਨਾਂ ਦੀ ਡਬਲ ਮਾਈਂਡ ਆ, ਇੱਕ ਪਾਸੇ ਉਹ ਆੜਤੀਆਂ ਨੂੰ ਸਾਡੇ ਨਾਲ ਤੋੜਨਾ ਚਾਹੁੰਦੇ ਆ, ਦੂਜੇ ਪਾਸੇ ਜਿਹੜੇ ਸਾਨੂੰ ਉਹ NRI ਵੀਰ ਬੈਠੇ ਆ ਕਈਆਂ ਦੇ ਤਾਂ ਇੰਤਕਾਲ ਹੀ ਨਹੀਂ ਚੜ੍ਹੇ, ਬਜ਼ੁਰਗਾਂ ਦੇ ਮੌਤ ਹੋ ਚੁੱਕੀ ਹੈ ਤਾਂ ਇੰਤਕਾਲ ਨਹੀਂ ਚੜ੍ਹੇ, ਉਹ ਜਿਹੜੀ ਜਮ੍ਹਾਂਬੰਦੀਆਂ ਦੇ ਕੇ ਉਹ ਅਸੀਂ ਕਿਸ ਤਰ੍ਹਾਂ ਉਹਨਾਂ ਦੀ ਅਦਾਇਗੀ ਕਰਵਾ ਲਵਾਂਗੇ ਇਹ ਸਾਡੇ ਨੂੰ ਬਿਲਕੁਲ ਨਹੀਂ ਸਾਨੂੰ ਇਹ ਮਨਜ਼ੂਰ। ਇਹਦੇ ਸੰਬੰਧ ਵਿੱਚ ਅਸੀਂ ਅੱਜ ਇੱਥੇ FCI ਗਵਰਨਮੈਂਟ ਸਰਕਾਰ ਨੂੰ ਦੱਸਣ ਵਾਸਤੇ ਆਏ ਹੋਏ ਹਾਂ। ਸੋ ਇਹ ਤਾਂ ਸਨ ਵੱਖ-ਵੱਖ ਥਾਵਾਂ ਤੋਂ ਕੁਝ ਤਸਵੀਰਾਂ ਜਿੱਥੇ ਕਿਸਾਨਾਂ ਦੇ ਵੱਲੋਂ ਅੱਜ FCI ਦਫ਼ਤਰ ਦਾ ਘਿਰਾਓ ਕੀਤਾ ਗਿਆ। ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਐਤਵਾਰ ਨੂੰ ਐਲਾਨ ਕਰ ਦਿੱਤਾ ਸੀ ਕਿ ਅੱਜ ਯਾਨੀ ਕਿ 5 ਅਪ੍ਰੈਲ ਨੂੰ ਦੇਸ਼ ਭਰ ਦੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਦਫ਼ਤਰਾਂ ਦੇ ਬਾਹਰ ਕਿਸਾਨ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਅੱਜ ਉਹਨਾਂ ਦੇ ਵੱਲੋਂ ਅਜਿਹਾ ਕੀਤਾ ਵੀ ਗਿਆ। ਤੁਸੀਂ ਸੁਣਿਆ ਵੀ ਕਿ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਇਸ ਬਾਰੇ ਕੀ ਕਿਹਾ ਗਿਆ ਤੇ ਨਾਲ ਹੀ ਕੇਂਦਰ ਸਰਕਾਰ ਤੇ ਵੀ ਉਹਨਾਂ ਦੇ ਵੱਲੋਂ ਤੰਜ ਕੱਸੇ ਗਏ। ਸੋ ਹੁਣ ਦੇਖਣਾ ਹੋਵੇਗਾ ਕਿ ਇਸ ਦਾ ਕੀ ਅਸਰ ਹੁੰਦਾ ਹੈ ਕੇਂਦਰ ਸਰਕਾਰ ਤੇ। ਹੋਰ ਅਪਡੇਟਸ ਦੇ ਲਈ ਜੁੜੇ ਰਹੋ ਦੀ TV NRI ਦੇ ਨਾਲ।